हाँ जी स्टूडेंट्स, ਅੱਜ ਅਸੀਂ ਆਪਣੀ +2 ਕਲਾਸ ਇੰਗਲਿਸ਼ ਇਲੈਕਟਿਵ ਦੇ 11ਵੇਂ ਚੈਪਟਰ ਅਤੇ 6ਵੀਂ ਪੋਇਮ ਦਾ ਟਰੀ ਫੈਲ ਡਾਊਨ ਜਿਸ ਨੂੰ ਕਿ ਪੀਵੀ ਧਮੀਜਾ ਨੇ ਲਿਖਿਆ ਹੋਇਆ ਹੈ। ਇਸ ਪੋਇਮ ਦੇ ਅੱਜ ਅਸੀਂ ਕੁਐਸਚਨਸ ਆਨਸਰਸ ਕਵਰ ਕਰਾਂਗੇ। ਇਹ ਵੀਡੀਓ ਇਸ ਪੋਇਮ ਦੀ ਸੀਰੀਜ਼ ਦਾ ਸਾਡਾ ਦੂਸਰਾ ਵੀਡੀਓ ਹੋਏਗਾ। ਸਟੂਡੈਂਟਸ, ਮੈਂ ਦੱਸਣਾ ਚਾਹਾਂਗਾ ਕਿ ਇਸ ਪੋਇਮ ਦੀ ਸੀਰੀਜ਼ ਦੇ ਪਹਿਲੇ ਵੀਡੀਓ ਦੇ ਵਿੱਚ ਇਸ ਪੋਇਮ ਦੇ ਪੋਇਟ ਪੀਵੀ ਧਮੀਜਾ ਬਾਰੇ ਜੋ ਇੰਟਰੋਡਕਟਰੀ ਪੈਰਾਗ੍ਰਾਫ ਹੈ ਉਹ ਡਿਸਕਸ ਕੀਤਾ ਹੈ ਅਤੇ ਇਸ ਤੋਂ ਬਾਅਦ ਇਸ ਚੈਪਟਰ ਦੀ ਕੰਪਲੀਟ ਪੈਰਾਫਰੇਜ਼ ਅਤੇ ਐਕਸਪਲੇਨੇਸ਼ਨ ਤੁਹਾਡੇ ਨਾਲ ਸ਼ੇਅਰ ਕੀਤੀ ਹੈ। ਪੋਇਮ ਦੇ ਟੈਕਸਟ ਦੇ ਐਂਡ ਤੇ ਦਿੱਤੇ ਹੋਏ ਗਲੋਸਰੀ ਅਤੇ ਨੋਟਸ ਵਾਲੇ ਸੈਕਸ਼ਨ ਦੇ ਵਿੱਚ ਜਿੰਨੀਆਂ ਵੀ ਲਿਟਰੇਰੀ ਟਰਮਸ ਆਈਆਂ ਨੇ ਬੱਚਿਓ, ਉਹ ਮੈਂ ਤੁਹਾਨੂੰ ਇਸ ਐਕਸਪਲੇਨੇਸ਼ਨ ਦੇ ਨਾਲ ਸਮਝਾਈਆਂ ਨੇ। ਤਾਂ ਉਮੀਦ ਹੈ ਬੱਚਿਓ ਕਿ ਤੁਸੀਂ ਇਹ ਸਾਰੀ ਵੀਡੀਓ ਦੇਖੀ ਹੋਏਗੀ। ਜੇਕਰ ਤੁਹਾਡੀ ਇਹ ਵੀਡੀਓ ਮਿਸ ਹੋਈ ਹੈ ਤਾਂ ਮੈਂ ਤੁਹਾਨੂੰ ਸਕਰੀਨ ਦੇ ਟੌਪ ਰਾਈਟ ਕਾਰਨਰ ਦੇ ਉੱਪਰ ਇਸ ਵੀਡੀਓ ਦਾ ਲਿੰਕ ਪ੍ਰੋਵਾਈਡ ਕਰ ਰਿਹਾ ਹਾਂ ਤਾਂ ਜੋ ਤੁਸੀਂ ਅੱਜ ਵਾਲਾ ਵੀਡੀਓ ਦੇਖਣ ਤੋਂ ਪਹਿਲਾਂ ਇਹ ਵਾਲਾ ਵੀਡੀਓ ਜ਼ਰੂਰ ਦੇਖ ਲਵੋ ਤਾਂ ਕਿ ਤੁਹਾਨੂੰ ਕੁਐਸਚਨਸ ਆਨਸਰ ਸਮਝਣ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ। ਸਟੂਡੈਂਟ, ਸਾਡੀ ਪੋਇਮ ਦੇ ਗਲੋਸਰੀ ਐਂਡ ਨੋਟਸ ਤੋਂ ਬਾਅਦ ਅੰਡਰਸਟੈਂਡਿੰਗ ਦਾ ਪੋਇਮ ਵਾਲੇ ਸੈਕਸ਼ਨ ਦੇ ਵਿੱਚ ਸਾਨੂੰ ਟੋਟਲ 6 ਕੁਐਸਚਨਸ ਦਿੱਤੇ ਹੋਏ ਨੇ। ਤਾਂ ਸਟੂਡੈਂਟਸ, ਅੱਜ ਮੈਂ ਤੁਹਾਡੇ ਨਾਲ ਜੋ ਵੀਡੀਓ ਸ਼ੇਅਰ ਕਰ ਰਿਹਾ ਹਾਂ ਉਸ ਵਿੱਚ ਇਹ 6 ਦੇ 6 ਕੁਐਸਚਨਸ ਦੇ ਆਨਸਰਸ ਸ਼ਾਮਿਲ ਨੇ। ਤਾਂ ਜਿਵੇਂ ਜਿਵੇਂ ਆਪਾਂ ਵੀਡੀਓ ਦੇਖਦੇ ਜਾਵਾਂਗੇ ਮੈਂ ਤੁਹਾਨੂੰ ਇਹ ਵਾਲੇ ਕੁਐਸਚਨਸ ਆਨਸਰ ਨਾਲ ਐਕਸਪਲੇਨ ਕਰਦਾ ਜਾਵਾਂਗਾ। ਤਾਂ ਸਟੂਡੈਂਟਸ, ਐਗਜ਼ਾਮੀਨੇਸ਼ਨ ਪੁਆਇੰਟ ਆਫ ਵਿਊ ਦੇ ਨਾਲ ਤੁਹਾਨੂੰ ਜਿਹੜਾ ਪੋਇਮਸ ਦੇ ਵਿੱਚੋਂ ਕੁਐਸਚਨ ਪੁੱਛਿਆ ਜਾਂਦਾ ਹੈ ਉਹ ਕਈ ਤਰੀਕੇ ਦਾ ਪੁੱਛਿਆ ਜਾਂਦਾ ਹੈ। ਜਿਵੇਂ ਕਿ ਅਸੀਂ ਕੁਐਸਚਨ ਜੋ ਲਿਖਿਆ ਹੈ ਕਿ ਰਾਈਟ ਦਾ ਸੈਂਟਰਲ ਆਈਡੀਆ ਆਫ ਦਾ ਪੋਇਮ ਦਾ ਟਰੀ ਫੈਲ ਡਾਊਨ, ਤਾਂ ਸੈਂਟਰਲ ਆਈਡੀਆ ਵੀ ਪੁੱਛਿਆ ਜਾ ਸਕਦਾ ਹੈ ਜਾਂ ਇਸ ਤੋਂ ਇਲਾਵਾ ਬੱਚਿਓ ਪੋਇਮ ਦੀ ਸਮਰੀ ਵੀ ਪੁੱਛੀ ਜਾ ਸਕਦੀ ਹੈ, ਸਬਸਟੈਂਸ ਵੀ ਪੁੱਛਿਆ ਜਾ ਸਕਦਾ ਹੈ ਜਾਂ ਡਿਵੈਲਪਮੈਂਟ ਆਫ ਥਾਟ ਵੀ ਪੁੱਛਿਆ ਜਾ ਸਕਦਾ ਹੈ। ਤਾਂ ਇਹਨਾਂ ਚੋਂ ਕੋਈ ਵੀ ਕੁਐਸਚਨ ਤੁਹਾਨੂੰ ਬੱਚਿਓ ਐਗਜ਼ਾਮੀਨੇਸ਼ਨ ਦੇ ਵਿੱਚ ਪੁੱਛਿਆ ਜਾ ਸਕਦਾ ਹੈ। ਪੁਰਾਣੇ ਪੈਟਰਨ ਦੇ ਮੁਤਾਬਕ ਜੋ ਕਿ ਅੱਜ ਕੱਲ੍ਹ ਵੀ ਜਾਰੀ ਹੈ ਉਸ ਦੇ ਵਿੱਚ 6 ਨੰਬਰ ਦਾ ਇਹ ਕੁਐਸਚਨ ਪੁੱਛਿਆ ਜਾਂਦਾ ਹੈ। ਤਾਂ ਬੱਚਿਓ ਜੇਕਰ ਤੁਹਾਨੂੰ ਇਹਨਾਂ ਦੇ ਵਿੱਚੋਂ ਕੋਈ ਵੀ ਕੁਐਸਚਨ ਐਗਜ਼ਾਮੀਨੇਸ਼ਨ 'ਚ ਆ ਜੇ ਤਾਂ ਤੁਸੀਂ ਇਹੀ ਵਾਲਾ ਆਨਸਰ ਤੁਸੀਂ ਲਿਖ ਕੇ ਆਉਣਾ ਜੋ ਅਸੀਂ ਪੜ੍ਹਨ ਜਾ ਰਹੇ ਹਾਂ ਅਤੇ ਇਸ ਆਨਸਰ ਦੇ ਵਿੱਚ ਉਹਨਾਂ 6 ਸ਼ਾਰਟ ਆਨਸਰ ਟਾਈਪ ਕੁਐਸਚਨਸ ਦੇ ਵੀ ਆਨਸਰ ਸ਼ਾਮਿਲ ਨੇ ਜੋ ਅਸੀਂ ਪੋਇਮ ਦੇ ਐਂਡ ਤੇ ਅੰਡਰਸਟੈਂਡਿੰਗ ਦਾ ਪੋਇਮ ਸੈਕਸ਼ਨ ਦੇ ਵਿੱਚ ਦੇਖੇ ਸੀ। ਸਟੂਡੈਂਟਸ, ਅਸੀਂ +2 ਕਲਾਸ ਇੰਗਲਿਸ਼ ਇਲੈਕਟਿਵ ਦੇ ਟਰਮ 1 ਦਾ ਸਾਰਾ ਸਿਲੇਬਸ ਕੰਪਲੀਟ ਕਰ ਚੁੱਕੇ ਹਾਂ। ਸਾਡੀ ਪਹਿਲੀ ਬੁੱਕ ਡੀਅਰ ਟੂ ਆਲ ਦਾ ਮਿਊਜ਼ਿਕ ਦੇ ਸਾਰੇ ਚੈਪਟਰ, ਜਿਨ੍ਹਾਂ ਵਿੱਚ ਪਹਿਲਾ ਚੈਪਟਰ ਵਾਰੀਅਰ ਅਗੇਂਸਟ ਵੀਡਸ, ਸੈਕੰਡ ਚੈਪਟਰ ਅ ਮੋਸਟ ਫੋਰਗਿਵਿੰਗ ਏਪ, ਥਰਡ ਚੈਪਟਰ ਅ ਯੰਗ ਟਰਕਿਸ਼ ਕੈਟਾਸਟ੍ਰਫੀ, ਫੋਰਥ ਅ ਟਾਈਨੀ ਸੈਂਚੁਰੀ, ਫਿਫਥ ਮਨੋ ਮਾਜਰਾ, ਸਿਕਸਥ ਚੈਪਟਰ ਅ ਜਮੈਕਨ ਫਰੈਗਮੈਂਟ, 7th ਚੈਪਟਰ ਦਾ ਹੈਰੀਟੇਜ ਆਫ ਇੰਡੀਆ ਅਤੇ 8th ਚੈਪਟਰ ਗੋਲਡ ਇਨ ਦਾ ਨੌਰਥ। ਇਹ ਸਾਰੇ ਚੈਪਟਰਸ ਅਸੀਂ ਕਵਰ ਕਰ ਲਏ ਨੇ। ਇਸੇ ਤਰ੍ਹਾਂ ਬੱਚਿਓ ਸਾਡੀ ਸੈਕਿੰਡ ਬੁੱਕ ਦਾ ਲਿਟਰੇਰੀ ਪੈਟਰਨਸ ਦੇ ਸਾਰੇ ਚੈਪਟਰ, ਜਿਵੇਂ ਕਿ ਪਹਿਲਾ ਚੈਪਟਰ ਹਿੰਦ ਕੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਜੀ, 4th ਚੈਪਟਰ ਦਾ ਗੈਂਬਲਿੰਗ ਮੈਚ, 7th ਚੈਪਟਰ ਦਾ ਇਟਰਨਲ ਵਾਈ ਅਤੇ 9th ਚੈਪਟਰ ਆਫਟਰ 20 ਇਅਰਸ ਕਵਰ ਕਰ ਲਏ ਨੇ। ਇਸ ਬੁੱਕ ਦੇ ਵਿੱਚ ਕਾਫੀ ਸਾਰੀਆਂ ਪੋਇਮਸ ਵੀ ਨੇ, ਜਿਵੇਂ ਕਿ ਪਹਿਲੀ ਪੋਇਮ border guards, दूसरी पोएम my heart leaps when I behold, तीसरी पोएम the quality of mercy, चौथी पोएम the fancy dress show, फिफ्थ पोएम the song of India। ਇਹ ਸਾਰੀਆਂ ਪੋਇਮਸ ਅਸੀਂ ਕਵਰ ਕਰ ਲਈਆਂ ਨੇ। ਤਾਂ ਬੱਚਿਓ ਇਹ ਸਾਰੇ ਚੈਪਟਰਸ ਦੇ ਮੈਂ ਕੰਪਰੀਹੈਂਸਿਵ ਐਕਸਪਲੇਨੇਸ਼ਨ ਦੇ ਅਤੇ ਇਹਨਾਂ ਦੇ ਕੁਐਸਚਨ ਆਨਸਰਸ ਦੇ ਵੀਡੀਓ ਆਲਰੇਡੀ ਤੁਹਾਡੇ ਨਾਲ ਸ਼ੇਅਰ ਕਰ ਚੁੱਕਿਆ ਹਾਂ। ਉਮੀਦ ਹੈ ਕਿ ਤੁਸੀਂ ਇਹ ਸਾਰੇ ਵੀਡੀਓਜ਼ ਦੇਖੇ ਹੋਣਗੇ। ਜੇਕਰ ਤੁਹਾਡਾ ਕੋਈ ਵੀ ਵੀਡੀਓ ਮਿਸ ਹੋਇਆ ਹੈ ਤਾਂ ਮੈਂ ਤੁਹਾਨੂੰ ਸਕਰੀਨ ਦੇ ਟੌਪ ਰਾਈਟ ਕਾਰਨਰ ਦੇ ਉੱਪਰ +2 ਕਲਾਸ ਇੰਗਲਿਸ਼ ਇਲੈਕਟਿਵ ਦਾ ਲਿੰਕ ਪ੍ਰੋਵਾਈਡ ਕਰ ਰਿਹਾ ਹਾਂ ਜਿਸ ਤੇ ਜਾ ਕੇ ਤੁਸੀਂ ਇਹ ਸਾਰੇ ਵੀਡੀਓਜ਼ ਦੇਖ ਸਕਦੇ ਹੋ। ਸਟੂਡੈਂਟਸ, ਅਸੀਂ ਆਨਸਰ ਸ਼ੁਰੂ ਕਰਦੇ ਹਾਂ। ਦ ਟਰੀ ਫੈਲ ਡਾਊਨ ਇਜ਼ ਰਿਟਨ ਬਾਏ ਪੀਵੀ ਧਮੀਜਾ। ਤਾਂ ਐਜ਼ ਯੂਜ਼ੁਅਲ ਸਾਡੀ ਪਹਿਲੀ ਲਾਈਨ ਦੇ ਵਿੱਚ ਪੋਇਮ ਦਾ ਨੇਮ ਅਤੇ ਪੋਇਟ ਦੇ ਨੇਮ ਸ਼ਾਮਿਲ ਹੁੰਦੇ ਨੇ। ਪੋਇਮ ਦਾ ਨੇਮ ਲਿਖਣ ਦੇ ਲਈ ਬੱਚਿਓ ਤੁਸੀਂ ਸਿੰਗਲ ਕੋਟ ਦਾ ਸਹਾਰਾ ਲੈਣਾ ਅਤੇ ਜੋ ਇਸ ਦੇ ਕੈਪੀਟਲ ਲੈਟਰਸ ਹੈ ਉਹਨਾਂ ਦਾ ਧਿਆਨ ਰੱਖਣਾ ਹੈ। ਇਸੇ ਤਰ੍ਹਾਂ ਜਦੋਂ ਤੁਸੀਂ ਪੋਇਟ ਦਾ ਨੇਮ ਲਿਖਣਾ ਹੈ ਤਾਂ ਇਹਨਾਂ ਦੇ ਵੀ ਕੈਪੀਟਲ ਤੇ ਸਮਾਲ ਲੈਟਰਸ ਦਾ ਧਿਆਨ ਰੱਖਣਾ ਹੈ। ਦ ਟਰੀ ਫੈਲ ਡਾਊਨ ਪੀਵੀ ਧਮੀਜਾ ਦੀ ਲਿਖੀ ਹੋਈ ਹੈ ਜੀ। ਦਿਸ ਪੋਇਮ ਇਜ਼ ਅ ਬਿਟਰ ਸੈਟਾਇਰ ਔਨ ਦਾ ਕਲਚਰ ਆਫ ਪ੍ਰੋਕ੍ਰੈਸਟੀਨੇਸ਼ਨ। ਤਾਂ ਬੱਚਿਓ ਮੈਂ ਪੋਇਮ ਦੀ ਐਕਸਪਲੇਨੇਸ਼ਨ ਕਰਦੇ ਹੋਏ ਵੀ ਤੁਹਾਨੂੰ ਦੱਸਿਆ ਸੀ ਕਿ ਇਹ ਪੋਇਮ ਇੱਕ ਤਰ੍ਹਾਂ ਦਾ ਸੈਟਾਇਰ ਹੈ। ਸੈਟਾਇਰ ਦਾ ਮਤਲਬ ਹੁੰਦਾ ਬੱਚਿਓ ਵਿਅੰਗ। ਬਿਟਰ ਦਾ ਮਤਲਬ ਕੌੜਾ, ਜੋ ਸੁਣਨ 'ਚ ਚੰਗਾ ਨਹੀਂ ਲੱਗਦਾ, ਉਸ ਚੀਜ਼ ਨੂੰ ਆਪਾਂ ਬਿਟਰ ਸੈਟਾਇਰ ਕਹਿੰਦੇ ਹਾਂ। ਅਤੇ ਇਹ ਬਿਟਰ ਸੈਟਾਇਰ ਕਿਸ ਚੀਜ਼ ਤੇ ਹੈ? ਇਹ ਪ੍ਰੋਕ੍ਰੈਸਟੀਨੇਸ਼ਨ ਦੇ ਕਲਚਰ ਤੇ ਹੈ। ਕਲਚਰ ਜੋ ਅੱਜ ਕੱਲ੍ਹ ਚੱਲ ਰਿਹਾ ਹੈ, ਜੋ ਰੀਤੀ ਰਿਵਾਜ ਅੱਜ ਕੱਲ੍ਹ ਚੱਲ ਰਹੇ ਨੇ, ਜੋ ਅੱਜ ਕੱਲ੍ਹ ਸਿਸਟਮ ਚੱਲ ਰਿਹਾ ਉਸ ਨੂੰ ਆਪਾਂ ਇੱਥੇ ਕਲਚਰ ਕਹਿੰਦੇ ਹਾਂ। ਪ੍ਰੋਕ੍ਰੈਸਟੀਨੇਸ਼ਨ ਦਾ ਮਤਲਬ ਤੁਹਾਨੂੰ ਸਮਝਣਾ ਜ਼ਰੂਰੀ ਹੈ ਬੱਚਿਓ। ਪ੍ਰੋਕ੍ਰੈਸਟੀਨੇਸ਼ਨ ਦਾ ਮਤਲਬ ਹੁੰਦਾ ਹੈ ਕਿ ਕਿਸੇ ਚੀਜ਼ ਨੂੰ ਪੋਸਟਪੋਨ ਕਰੀ ਜਾਣਾ, ਜਾਂ ਇਸ ਨੂੰ ਆਪਾਂ ਪੁੱਟ ਆਫ ਕਰਨਾ ਵੀ ਕਹਿੰਦੇ ਹਾਂ।
ਜਾਂ ਸਿੰਪਲ ਲੈਂਗੁਏਜ ਆਪਾਂ ਇਸ ਨੂੰ ਡਿਲੇ ਕਹਿ ਸਕਦੇ ਕਿ ਆਪਾਂ ਕਿਸੇ ਚੀਜ਼ ਨੂੰ ਲਮਕਾਈ ਜਾਈਏ, ਕਿਸੇ ਚੀਜ਼ ਨੂੰ ਲਮਕਾਈ ਜਾਈਏ, ਉਸ ਨੂੰ ਹੱਲ ਨਾ ਕਰੀਏ। ਸਾਡੇ ਸਾਹਮਣੇ ਪ੍ਰੋਬਲਮ ਸਾਨੂੰ ਕੋਈ ਦਿਖ ਰਹੀ ਹੈ, ਲੇਕਿਨ ਅਸੀਂ ਤਿਆਰ ਨਹੀਂ ਹਾਂ ਕਿ ਅਸੀਂ ਉਸ ਪ੍ਰੋਬਲਮ ਦਾ ਸੋਲੂਸ਼ਨ ਫਾਈਂਡ ਆਊਟ ਕਰੀਏ। ਅਸੀਂ ਕਰਦੇ ਕੀ ਹਾਂ, ਅਸੀਂ ਉਸ ਪ੍ਰੋਬਲਮ ਨੂੰ ਕੱਲ੍ਹ ਤੇ ਪਰਸੋਂ ਤੇ ਫਿਰ ਉਸ ਤੋਂ ਅੱਗੇ ਛੱਡੀ ਜਾਂਦੇ ਹਾਂ, ਹੱਲ ਕਦੇ ਨਹੀਂ ਲੱਭਦੇ। ਤਾਂ ਇਸ ਚੀਜ਼ ਨੂੰ ਬੱਚਿਓ ਅਸੀਂ ਪ੍ਰੋਕ੍ਰੈਸਟੀਨੇਸ਼ਨ ਕਹਿੰਦੇ ਹਾਂ। ਤਾਂ ਇਹ ਕਿੱਥੇ ਚੱਲ ਰਹੀ ਹੈ ਜੀ? ਇਹ ਸਾਡੇ ਭਾਰਤ ਦੇ ਵਿੱਚ ਚੱਲ ਰਹੀ ਹੈ। ਦੇਖੋ, ਭਾਰਤ ਦੇ ਵਿੱਚ ਬਹੁਤ ਸਾਰੀਆਂ ਪ੍ਰੋਬਲਮਸ ਨੇ ਜਿਨ੍ਹਾਂ ਦਾ ਫੌਰੀ ਤੌਰ 'ਤੇ ਹੱਲ ਲੱਭਣਾ ਜ਼ਰੂਰੀ ਹੈ। ਮੈਂ ਤੁਹਾਨੂੰ ਐਕਸਪਲੇਨੇਸ਼ਨ ਦੇ ਵਿੱਚ ਦੱਸਿਆ ਸੀ ਕਿ ਅਨਇੰਪਲੋਇਮੈਂਟ ਦੀ ਪ੍ਰੋਬਲਮ ਹੈ, ਪਾਵਰਟੀ ਦੀ ਪ੍ਰੋਬਲਮ ਹੈ, ਅਨਪੜ੍ਹਤਾ ਦੀ ਪ੍ਰੋਬਲਮ ਹੈ, ਹੋਰ ਵੀ ਬਹੁਤ ਸਾਰੀਆਂ ਨੇ। ਜੇਕਰ ਅਸੀਂ ਇਹਨਾਂ ਦਾ ਹੱਲ ਨਹੀਂ ਲੱਭਦੇ, ਇਹਨਾਂ ਨੂੰ ਅੱਗੇ ਤੋਂ ਅੱਗੇ ਪੋਸਟਪੋਨ ਕਰੀ ਜਾ ਰਹੇ ਹਾਂ, ਤਾਂ ਇਸ ਦਾ ਅੰਤ ਬਹੁਤ ਹੀ ਮਾੜਾ ਹੋਏਗਾ। ਤਾਂ ਇਸ ਪੋਇਮ ਦੇ ਵਿੱਚ ਇਸੇ ਚੀਜ਼ ਦੇ ਉੱਪਰ ਸੈਟਾਇਰ ਕੀਤਾ ਗਿਆ ਹੈ। ਯਾਦ ਕਰੋ ਬੱਚਿਓ, ਸਾਡੀ ਇੱਕ ਪਹਿਲਾਂ ਪੋਇਮ ਆਈ ਸੀ ਦ ਫੈਂਸੀ ਡਰੈਸ ਸ਼ੋ, ਉਸ ਦੇ ਵਿੱਚ ਵੀ ਸੈਟਾਇਰ ਸੀ। ਕਮਲਾ ਦਾਸ ਨੇ ਉਸ ਪੋਇਮ ਦੇ ਵਿੱਚ ਹਿਪੋਕ੍ਰੀਸੀ, ਜੋ ਕਿ ਅੱਜ ਕੱਲ੍ਹ ਮਾਡਰਨ ਇਨਸਾਨ ਦੇ ਵਿੱਚ ਦੇਖਣ ਨੂੰ ਮਿਲਦੀ ਹੈ, ਉਸ ਦੇ ਉੱਪਰ ਉਹਨਾਂ ਨੇ ਸੈਟਾਇਰ ਕੀਤਾ ਸੀ। ਪਰੰਤੂ ਇਸ ਪੋਇਮ ਦੇ ਵਿੱਚ ਜਿਹੜਾ ਸੈਟਾਇਰ ਹੈ ਉਹ ਪ੍ਰੋਕ੍ਰੈਸਟੀਨੇਸ਼ਨ ਦੇ ਕਲਚਰ ਦੇ ਉੱਪਰ ਹੈ। ਤਾਂ ਸਟੂਡੈਂਟ, ਸਾਡਾ ਟੈਕਸਟ ਦੇ ਵਿੱਚ ਜੋ ਪਹਿਲਾ ਸ਼ਾਰਟ ਆਨਸਰ ਟਾਈਪ ਕੁਐਸਚਨ ਹੈ ਉਹ ਹੈ ਕਿ ਕੈਨ ਯੂ ਥਿੰਕ ਆਫ ਦ ਟਰੀ ਐਜ਼ ਅ ਸਿੰਬਲ, ਵਟ ਡਜ਼ ਇਟ ਸਿੰਬਲਾਈਜ਼? ਕੀ ਤੁਸੀਂ ਸੋਚਦੇ ਹੋ ਕਿ ਇਸ ਪੋਇਮ ਦੇ ਵਿੱਚ ਜਿਹੜਾ ਟਰੀ ਹੈ ਉਹ ਇੱਕ ਸਿੰਬਲ ਦੇ ਤੌਰ ਤੇ ਯੂਜ਼ ਹੋਇਆ ਹੈ, ਅਤੇ ਜੇਕਰ ਹੋਇਆ ਹੈ ਤਾਂ ਫਿਰ ਇਹ ਕਿਸ ਚੀਜ਼ ਨੂੰ ਸਿੰਬਲਾਈਜ਼ ਕਰਦਾ ਹੈ, ਕਿਸ ਚੀਜ਼ ਦਾ ਇਹ ਪ੍ਰਤੀਕ ਹੈ? ਤਾਂ ਇਹ ਹੈ ਜੀ ਕੁਐਸਚਨ। ਤਾਂ ਸਟੂਡੈਂਟਸ, ਅਸੀਂ ਆਨਸਰ ਦੇ ਵਿੱਚ ਇਹ ਵਾਲੀਆਂ ਲਾਈਨਸ ਲਿਖ ਸਕਦੇ ਹਾਂ ਜੋ ਅਸੀਂ ਪੜ੍ਹਨ ਜਾ ਰਹੇ ਹਾਂ ਕਿ ਦ ਟਰੀ ਇਨ ਦ ਪੋਇਮ ਇਜ਼ ਦ ਸਿੰਬਲ ਆਫ ਸੀਰੀਅਸ ਨੈਸ਼ਨਲ ਪ੍ਰੋਬਲਮਸ। ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਹੈ ਬੱਚਿਓ ਕਿ ਸਾਡੇ ਭਾਰਤ ਦੇ ਵਿੱਚ ਬਹੁਤ ਹੀ ਗੰਭੀਰ ਰਾਸ਼ਟਰੀ ਸਮੱਸਿਆਵਾਂ ਨੇ, ਸੀਰੀਅਸ ਨੈਸ਼ਨਲ ਪ੍ਰੋਬਲਮਸ ਨੇ, ਉਹਨਾਂ ਸਾਰਿਆਂ ਦਾ ਇਹ ਸਿੰਬਲ ਹੈ। ਤਾਂ ਹਾਂ, ਇਸ ਪੋਇਮ ਦੇ ਵਿੱਚ ਟਰੀ ਸੀਰੀਅਸ ਨੈਸ਼ਨਲ ਪ੍ਰੋਬਲਮਸ ਆਫ ਇੰਡੀਆ ਦਾ ਇੱਕ ਸਿੰਬਲ ਹੈ। ਤੁਹਾਨੂੰ ਇਹ ਵੀ ਪਤਾ ਬੱਚਿਓ ਕਿ ਥੀਸ ਪ੍ਰੋਬਲਮਸ ਹੈਵ ਬਿਕਮ ਵਰਸਟ, ਕਿ ਇਹ ਜਿਹੜੀਆਂ ਪ੍ਰੋਬਲਮਸ ਨੇ, ਮੁਸ਼ਕਿਲਾਂ ਨੇ, ਸਮੱਸਿਆਵਾਂ ਨੇ, ਇਹ ਬਹੁਤ ਹੀ ਜ਼ਿਆਦਾ ਬੁਰੀਆਂ ਬਣ ਚੁੱਕੀਆਂ ਨੇ। ਵਰਸਟ, ਬੈਡ ਦੀ ਅਸੀਂ ਤੀਸਰੀ ਡਿਗਰੀ ਲਗਾਈ ਹੈ ਬੱਚਿਓ ਐਡਜੈਕਟਿਵ ਦੇ ਤੌਰ ਤੇ, ਤਾਂ ਅਸੀਂ ਕਹਿ ਸਕਦੇ ਹਾਂ ਕਿ ਬਹੁਤ ਜ਼ਿਆਦਾ ਇਹ ਭੈੜੀਆਂ ਬਣ ਚੁੱਕੀਆਂ, ਜਿਨ੍ਹਾਂ ਦਾ ਫੌਰੀ ਤੌਰ ਤੇ ਹੱਲ ਸਾਨੂੰ ਲੱਭਣਾ ਚਾਹੀਦਾ। ਦ ਟਰੀ ਫੈਲ ਡਾਊਨ ਔਨ ਦ ਬਿਜ਼ੀ ਰੋਡ। ਤਾਂ ਬੱਚਿਓ, ਪੋਇਮ ਦੇ ਪਹਿਲੇ ਸਟੈਂਜ਼ੇ 'ਤੇ ਸਾਨੂੰ ਪਤਾ ਲੱਗਦਾ ਹੈ ਕਿ ਇੱਕ ਬਹੁਤ ਵੱਡਾ ਦਰਖਤ ਇੱਕ ਬਿਜ਼ੀ ਰੋਡ, ਬਹੁਤ ਹੀ ਜੋ ਚਹਿਲ ਪਹਿਲ ਵਾਲੀ ਰੋਡ ਹੈ ਜਿਸ ਦੇ ਉੱਪਰ ਆਵਾਜਾਈ ਚੱਲਦੀ ਰਹਿੰਦੀ ਹੈ, ਉਸ 'ਤੇ ਇਹ ਗਿਰ ਜਾਂਦਾ ਹੈ। ਇਟ ਬਲੌਕ ਦਾ ਟ੍ਰੈਫਿਕ, ਤਾਂ ਇਸ ਨਾਲ ਟ੍ਰੈਫਿਕ ਬਹੁਤ ਜ਼ਿਆਦਾ ਬਲੌਕ ਹੋ ਜਾਂਦੀ ਹੈ, ਜੋ ਆਵਾਜਾਈ ਹੈ ਰੁਕ ਜਾਂਦੀ ਹੈ। ਤਾਂ ਇਨ ਅ ਬਿਗ ਵੇ ਇੱਕ ਐਕਸਪ੍ਰੈਸ਼ਨ ਆਇਆ ਸੀ ਬੱਚਿਓ ਪੋਇਮ ਦੇ ਵਿੱਚ, ਤੁਹਾਨੂੰ ਯਾਦ ਹੋਣਾ। ਇਟ ਇਜ਼ ਟਾਲ ਐਂਡ ਓਲਡ, ਤਾਂ ਇਹ ਕਾਫੀ ਵੱਡਾ ਵੀ ਹੈ ਦਰਖਤ, ਕਾਫੀ ਪੁਰਾਣਾ ਦਰਖਤ ਹੈ। ਇਟ ਲੁਕਡ ਲਾਈਕ ਐਨ ਓਕ, ਤਾਂ ਇਹ ਇੱਕ ਓਕ ਦੇ ਟਰੀ ਵਰਗਾ ਨਜ਼ਰ ਆਉਂਦਾ ਹੈ। ਓਕ ਦਾ ਮਤਲਬ ਮੈਂ ਤੁਹਾਨੂੰ ਦੱਸਿਆ ਸੀ ਬੱਚਿਓ, ਬਲੂਤ ਦੇ ਪੇੜ ਨੂੰ ਕਿਹਾ ਜਾਂਦਾ ਹੈ। ਇਟਸ ਸਕਿਨ ਹੈਜ਼ ਬਿਕਮ ਰਫ ਐਂਡ ਅਗਲੀ ਲਾਈਕ ਆਫ ਅ ਕ੍ਰੋਕੋਡਾਈਲ। ਤਾਂ ਸੈਕਿੰਡ ਸਟੈਂਜ਼ੇ ਦੇ ਵਿੱਚ ਬੱਚਿਓ ਇਹ ਸਿਮਲੀ ਆਉਂਦੀ ਹੈ ਕਿ ਇਹਦੀ ਜਿਹੜੀ ਸਕਿਨ ਹੈ, ਇੱਥੇ ਸਕਿਨ ਇਸ ਟਰੀ ਦੇ ਸਟੈਮ, ਤਣੇ ਦੇ ਕਲਰ ਨੂੰ ਕਿਹਾ ਗਿਆ ਕਿ ਇਹਦੀ ਜਿਹੜੀ ਸਕਿਨ ਹੈ ਉਹ ਕਾਫੀ ਰਫ ਹੈ ਅਤੇ ਭੈੜੀ ਜੀ ਹੈ, ਜਿਵੇਂ ਕਿ ਕ੍ਰੋਕੋਡਾਈਲ ਦੀ ਸਕਿਨ ਹੁੰਦੀ ਹੈ, ਇੱਕ ਮਗਰਮੱਛ ਦੀ ਸਕਿਨ ਹੁੰਦੀ ਹੈ। ਇਟਸ ਲੀਵਸ ਹੈਵ ਬਿਕਮ ਪੇਲ, ਅਤੇ ਇਸ ਦੇ ਜਿਹੜੇ ਪੱਤੇ ਨੇ ਉਹ ਪੀਲੇ ਪੈ ਗਏ। ਤਾਂ ਪੇਲ ਦਾ ਮਤਲਬ ਮੈਂ ਤੁਹਾਨੂੰ ਦੱਸਿਆ ਸੀ ਬੱਚਿਓ, ਜਦੋਂ ਕੋਈ ਚੀਜ਼ ਬ੍ਰਾਈਟ ਨਹੀਂ ਹੁੰਦੀ ਉਸ ਨੂੰ ਅਸੀਂ ਕਹਿੰਦੇ ਹਾਂ। ਇਟਸ ਬ੍ਰਾਂਚਿਸ ਹੈਵ ਕਵਰਡ ਦਾ ਰੋਡ, ਹੁਣ ਇਹ ਇਸ ਤਰ੍ਹਾਂ ਰੋਡ ਤੇ ਪਿਆ ਬੱਚਿਓ, ਇੱਕ ਸਿਰੇ ਤੋਂ ਦੂਸਰੇ ਸਿਰੇ ਤੱਕ ਪਿਆ ਹੋਇਆ ਹੈ। ਇਸ ਦੀਆਂ ਬ੍ਰਾਂਚਿਸ ਨੇ, ਇਸ ਦੀਆਂ ਟਹਿਣੀਆਂ ਨੇ, ਇਸ ਦੇ ਪੱਤਿਆਂ ਨੇ ਪੂਰੇ ਰੋਡ ਨੂੰ ਕਵਰ ਕਰ ਰੱਖਿਆ, ਢੱਕ ਰੱਖਿਆ। ਤਾਂ ਬੱਚਿਓ, ਪੋਇਮ ਦੇ ਵਿੱਚ ਇੱਕ ਲਾਈਨ ਆਈ ਸੀ ਕਿ ਇਟ ਲੇ ਸਪਰੋਲਡ ਔਨ ਦਾ ਰੋਡ, ਕਿ ਇਹ ਸੜਕ ਦੇ ਉੱਪਰ ਸਪਰੋਲਡ ਪੂਰਾ ਵਿਛਿਆ ਪਿਆ ਹੈ, ਇਸਨੇ ਬਹੁਤ ਜ਼ਿਆਦਾ ਏਰੀਆ ਕਵਰ ਕੀਤਾ ਹੋਇਆ ਹੈ। ਦੇ ਲੁਕਡ ਲਾਈਕ ਅ ਕਰਾਊਡ ਆਫ ਰਾਸਤਾ ਰੋਕੋ ਹਾਇਰਲਿੰਗਸ, ਤਾਂ ਇੱਥੇ ਦੇ ਦਾ ਮਤਲਬ ਇਹਦੀਆਂ ਬ੍ਰਾਂਚਿਸ ਤੋਂ ਹੈ ਜਾਂ ਇਸ ਦੇ ਪੱਤਿਆਂ ਤੋਂ ਹੈ ਕਿ ਇਹ ਸੜਕ ਤੇ ਪਏ ਇਸ ਤਰ੍ਹਾਂ ਨਜ਼ਰ ਆਉਂਦੇ ਨੇ ਜਿਵੇਂ ਕਿ ਰਾਸਤਾ ਰੋਕੋ ਵਾਲੇ ਹਾਇਰਲਿੰਗਸ ਦਾ ਇੱਕ ਕਰਾਊਡ ਉੱਥੇ ਬੈਠਿਆ ਹੋਵੇ। ਕਰਾਊਡ ਦਾ ਮਤਲਬ ਹੁੰਦਾ ਬੱਚਿਓ ਭੀੜ, ਅਤੇ ਹਾਇਰਲਿੰਗਸ ਦਾ ਮਤਲਬ ਹੁੰਦਾ ਹੈ ਕਿ ਅਜਿਹੇ ਪਰਸਨਸ ਜਿਨ੍ਹਾਂ ਨੂੰ ਪੈਸੇ ਦੇ ਕੇ ਕਿਸੇ ਕੰਮ ਲਈ ਲਿਆਂਦਾ ਜਾਂਦਾ ਹੈ, ਤਾਂ ਉਸ ਨੂੰ ਆਪਾਂ ਹਾਇਰਲਿੰਗਸ ਕਹਿੰਦੇ ਹਾਂ। ਤਾਂ ਰਾਸਤਾ ਰੋਕੋ ਹਾਇਰਲਿੰਗਸ ਦਾ ਮਤਲਬ ਇਹ ਹੋ ਗਿਆ ਕਿ ਮੰਨ ਲਓ ਅਸੀਂ ਕਿਸੇ ਸਮੱਸਿਆ ਦੇ ਪ੍ਰਤੀ ਮੁਜ਼ਾਹਰੇਬਾਜ਼ੀ ਕਰਨੀ ਹੋਵੇ ਅਤੇ ਬਹੁਤ ਸਾਰੇ ਲੋਕਾਂ ਨੂੰ ਅਸੀਂ ਪੈਸੇ ਦੇ ਕੇ ਸੜਕ ਤੇ ਬਿਠਾ ਦਈਏ ਕਿ ਤੁਸੀਂ ਹੁਣ ਨਾਅਰੇ ਲਾਓ, ਰਸਤਾ ਰੋਕੋ, ਤਾਂ ਇਸ ਤਰ੍ਹਾਂ ਇਹ ਦਰਖਤ ਸਾਨੂੰ ਸੜਕ ਤੇ ਪਿਆ ਦਿਖ ਰਿਹਾ ਹੈ ਕਿ ਜਿਵੇਂ ਕੋਈ ਅਭਿਆਨ ਚੱਲ ਰਿਹਾ ਹੋਵੇ, ਅਤੇ ਉਹ ਅਭਿਆਨ ਕਾਹਦਾ ਹੈ ਕਿ ਅੱਜ ਅਸੀਂ ਸੜਕ ਰੋਕਣੀ ਹੈ, ਤਾਂ ਬਹੁਤ ਸਾਰੇ ਉੱਥੇ ਭੀੜ ਜਮ੍ਹਾਂ ਹੈ, ਤਾਂ ਇਸ ਤਰੀਕੇ ਦਾ ਇਹ ਲੱਗ ਰਿਹਾ ਹੈ। ਤਾਂ ਸਟੂਡੈਂਟ, ਸਾਡਾ ਦੂਸਰਾ ਸ਼ਾਰਟ ਟਾਈਪ ਕੁਐਸਚਨ ਬਣਦਾ ਹੈ ਕਿ ਵਾਈ ਡਿਡ ਨਨ ਬੋਦਰ ਅਬਾਊਟ ਦ ਟਰੀਜ਼ ਬ੍ਰਿਸਲੀ ਵਾਰਨਿੰਗਸ। ਬ੍ਰਿਸਲੀ ਦਾ ਮਤਲਬ ਬੱਚਿਓ ਮੈਂ ਤੁਹਾਨੂੰ ਪੋਇਮ ਦੀ ਐਕਸਪਲੇਨੇਸ਼ਨ ਕਰਦੇ ਹੋਏ ਦੱਸਿਆ ਸੀ ਕਿ ਇਹ ਬ੍ਰਿਸਲੀ ਦਾ ਮਤਲਬ ਇੱਥੇ ਥੌਰਨੀ ਹੈ, ਕੰਡਿਆਂ ਵਾਲੀ, ਕੰਡਿਆਂ ਵਰਗੀ
ਚੀਜ਼ ਨੂੰ ਅਸੀਂ ਬ੍ਰਿਸਲੀ ਕਹਿ ਸਕਦੇ ਹਾਂ ਤੇ ਵਾਰਨਿੰਗਸ ਦਾ ਮਤਲਬ ਚੇਤਾਵਨੀ ਤੋਂ ਹੈ। ਇਸ ਦਰਖਤ ਦੀਆਂ ਜਿਹੜੀਆਂ ਬ੍ਰਿਸਲੀ ਵਾਰਨਿੰਗ ਸੀਗੀਆਂ, ਥੋਨੀ ਵਾਰਨਿੰਗ ਸੀਗੀਆਂ, ਚੇਤਾਵਨੀਆਂ ਸੀ, ਇਹਨਾਂ ਪ੍ਰਤੀ ਕਿਸ ਨੇ ਬੌਦਰ ਕਿਉਂ ਨਹੀਂ ਕੀਤਾ, ਇਹਨਾਂ ਦਾ ਕਿਸ ਨੇ ਧਿਆਨ ਕਿਉਂ ਨਹੀਂ ਕੀਤਾ। ਤਾਂ ਬੱਚਿਓ ਇਸ ਕੁਐਸਚਨ ਦੇ ਆਨਸਰ ਦੇ ਵਿੱਚ ਅਸੀਂ ਇਹ ਵਾਲੇ ਲਾਈਨਾਂ ਲਿਖ ਸਕਦੇ ਹਾਂ ਜੋ ਅਸੀਂ ਡਿਸਕਸ ਕਰਨ ਜਾ ਰਹੇ ਹਾਂ ਕਿ ਫॉर ਇਅਰਸ ਇਟ ਹੈਡ ਸਟੂਡ ਲੀਨਿੰਗ ਓਵਰ ਦਾ ਰੋਡ। ਕਾਫੀ ਸਾਲਾਂ ਤੱਕ ਇਹ ਸੜਕ ਦੇ ਉੱਪਰ ਝੁਕਿਆ ਖੜਿਆ ਰਿਹਾ। ਸਟੂਡ ਲੀਨਿੰਗ ਦਾ ਮਤਲਬ ਹੁੰਦਾ ਬੱਚਿਓ ਝੁੱਕ ਕੇ ਖੜਨਾ। ਓਵਰ ਦਾ ਰੋਡ ਸੜਕ ਦੇ ਉੱਪਰ ਖੜਿਆ ਰਿਹਾ ਫॉर ਇਅਰਸ, ਕਾਫੀ ਦੇਰ ਤੱਕ। ਇਟ ਵਾਜ਼ ਅ ਕਾਈਂਡ ਆਫ ਵਾਰਨਿੰਗ, ਤਾਂ ਇਹ ਇੱਕ ਤਰ੍ਹਾਂ ਦੀ ਵਾਰਨਿੰਗ ਸੀ, ਚੇਤਾਵਨੀ ਸੀ। ਵਾਰਨਿੰਗ ਇਹ ਸੀ ਕਿ ਕਦੇ ਵੀ ਗਿਰ ਸਕਦਾ ਹੈ। ਦੈਟ ਵਾਰਨਿੰਗ ਵਾਜ਼ ਵੈਰੀ ਵੀਕ, ਤਾਂ ਇਹ ਜਿਹੜੀ ਵਾਰਨਿੰਗ ਸੀ ਇਹ ਬੜੀ ਵੀਕ ਸੀ, ਕਮਜ਼ੋਰ ਸੀ। ਤਾਂ ਬੱਚਿਓ ਤੁਸੀਂ ਐਕਸਪਲੇਨੇਸ਼ਨ ਤੁਹਾਨੂੰ ਯਾਦ ਹੋਏਗੀ, ਉਸ ਦੇ ਵਿੱਚ ਇਹ ਲਾਈਨ ਆਈ ਸੀ ਕਿ ਵਿਚ ਓਫਨ ਵੈਲ ਸੋ ਫੀਬਲ ਐਂਡ ਜੈਂਟਲ। ਤਾਂ ਉਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਜਿਹੜੀਆਂ ਦਰਖਤ ਵਾਰਨਿੰਗਸ ਦੇ ਰਿਹਾ ਸੀ ਇਹ ਬੜੀਆਂ ਫੀਬਲ ਸੀਗੀਆਂ, ਵੀਕ ਸੀਗੀਆਂ ਅਤੇ ਜੈਂਟਲ ਸੀ। ਅਤੇ ਜੈਂਟਲ ਦਾ ਮਤਲਬ ਕਿ ਕੋਈ ਜ਼ਿਆਦਾ ਖਤਰਨਾਕ ਨਹੀਂ ਸੀ। ਬਟ ਨੋਬਡੀ ਟੂਕ ਐਨੀ ਨੋਟਿਸ ਆਫ ਇਟ, ਪਰੰਤੂ ਕਿਸੇ ਨੇ ਵੀ ਇਸ ਵਾਰਨਿੰਗ ਦਾ ਕਿਸੇ ਤਰ੍ਹਾਂ ਦਾ ਕੋਈ ਨੋਟਿਸ ਨਹੀਂ ਲਿਆ। ਟੇਕ ਨੋ ਨੋਟਿਸ ਦਾ ਮਤਲਬ ਹੁੰਦਾ ਬੱਚਿਓ ਧਿਆਨ ਨਾ ਦੇਣਾ। ਇਟ ਵਾਜ਼ ਅ ਪਲੇਫੁਲ ਟਰੀ ਫॉर ਦਾ ਪੀਪਲ, ਹੁਣ ਇਹ ਝੁਕਿਆ ਹੋਇਆ ਸੀ ਤਾਂ ਇਹ ਇੱਕ ਤਰੀਕੇ ਦਾ ਲੋਕਾਂ ਦੇ ਲਈ ਪਲੇਫੁਲ ਟਰੀ ਬਣ ਗਿਆ ਸੀ, ਖੇਡਣ ਵਾਲਾ ਟਰੀ ਬਣ ਗਿਆ ਸੀ, ਕਿਉਂਕਿ ਇਸ ਦੇ ਕੰਢੇ ਲੋਕਾਂ ਨੂੰ ਲੱਗਦੇ ਸੀਗੇ। ਤਾਂ ਸੜਕ ਤੇ ਤੁਰਦੇ ਜਾਂਦੇ ਲੋਕਾਂ ਨੂੰ ਜਾਂ ਵਹੀਕਲਸ ਤੇ ਜਾਂਦੇ ਲੋਕਾਂ ਨੂੰ ਇਸ ਦੀਆਂ ਟਹਿਣੀਆਂ ਲੱਗਦੀਆਂ ਸੀਗੀਆਂ, ਇਸ ਦੇ ਕੰਢੇ ਲੱਗਦੇ ਹੋਣਗੇ, ਤਾਂ ਲੋਕੀ ਸਿਰਫ ਇਸ ਨੂੰ ਇੱਕ ਪਲੇਫੁਲ ਟਰੀ ਸਮਝਦੇ ਸੀ। ਪੋਇਮ ਦੇ ਵਿੱਚ ਇੱਕ ਵਰਡ ਆਇਆ ਬੱਚਿਓ ਪਲੇਫੁਲ ਪੋਕਿੰਗਸ, ਤਾਂ ਤੁਹਾਨੂੰ ਯਾਦ ਹੋਣਾ ਕਿ ਉਹਨਾਂ ਦੇ ਲਈ ਇੱਕ ਪਲੇਫੁਲ ਪੋਕਿੰਗਸ ਦੀ ਤਰ੍ਹਾਂ ਸੀ। ਪੋਕ ਦਾ ਮਤਲਬ ਹੁੰਦਾ ਬੱਚਿਓ ਕਿਸੇ ਨਾਲ ਜਦੋਂ ਆਪਾਂ ਛੇੜਖਾਨੀ ਕਰਦੇ ਹਾਂ, ਕਿਸੇ ਨੂੰ ਆਪਾਂ ਸਟਿਕ ਦੇ ਨਾਲ ਜਾਂ ਫਿੰਗਰ ਦੇ ਨਾਲ ਜਦੋਂ ਛੇੜਦੇ ਹਾਂ ਤਾਂ ਉਸ ਨੂੰ ਆਪਾਂ ਪੋਕ ਕਰਨਾ ਕਹਿੰਦੇ ਹਾਂ। ਸੋਸ਼ਲ ਮੀਡੀਆ ਤੇ ਫਰੈਂਡਸ ਇੱਕ ਦੂਜੇ ਨੂੰ ਪੋਕ ਕਰਦੇ ਹਾਂ, ਫੇਸਬੁੱਕ ਵਗੈਰਾ ਤੇ, ਤੁਹਾਨੂੰ ਪਤਾ ਹੀ ਹੋਣਾ। ਤਾਂ ਲੋਕਾਂ ਨੂੰ ਇਹ ਇੱਕ ਤਰ੍ਹਾਂ ਦਾ ਪੋਕਿੰਗ ਕਰਨ ਵਾਲਾ ਟਰੀ ਲੱਗਦਾ ਸੀ। ਸਟੂਡੈਂਟਸ, ਮੈਂ +1 ਅਤੇ +2 ਕਲਾਸਿਸ ਦੇ ਜਨਰਲ ਇੰਗਲਿਸ਼ ਅਤੇ ਇਲੈਕਟਿਵ ਇੰਗਲਿਸ਼ ਦੇ ਬਹੁਤ ਸਾਰੇ ਵੀਡੀਓਜ਼ ਬਣਾਏ ਹੋਏ ਹਨ। ਇਹਨਾਂ ਵੀਡੀਓਜ਼ ਨੂੰ ਦੇਖਣ ਦੇ ਲਈ ਤੁਸੀਂ YouTube ਦੀ ਸਰਚ ਬਾਰ ਤੇ ਜਾ ਕੇ ਦੀਪਕ ਸੂਦ ਲਵ ਲਰਨਿੰਗ ਟੂ ਲੀਡ ਟਾਈਪ ਕਰੋ। ਰਿਜ਼ਲਟ ਵਿੱਚ ਆਈ ਪਹਿਲੀ ਸਾਈਟ ਤੇ ਦੀਪਕ ਸੂਦ ਦੇ ਜਾ ਕੇ ਕਲਿੱਕ ਕਰੋ। ਤਾਂ ਇਸ ਤਰ੍ਹਾਂ ਤੁਸੀਂ ਚੈਨਲ ਤੇ ਪਹੁੰਚ ਜਾਵੋਗੇ ਜਿੱਥੇ ਤੁਸੀਂ ਵੀਡੀਓਜ਼ ਦਾ ਇੱਕ ਸੈਕਸ਼ਨ ਦੇਖੋਗੇ। ਵੀਡੀਓਜ਼ ਤੇ ਕਲਿੱਕ ਕਰੋ, ਤੁਹਾਨੂੰ ਮੇਰੀਆਂ ਬਣਾਈਆਂ ਹੋਈਆਂ ਸਾਰੀਆਂ ਵੀਡੀਓਜ਼ ਤੁਹਾਨੂੰ ਮਿਲ ਜਾਣਗੀਆਂ। ਇਸ ਦੇ ਵਿੱਚ +1 +2 ਦੀਆਂ ਸਾਰੀਆਂ ਕਲਾਸਿਸ ਦੀਆਂ ਜੋ ਮੈਂ ਵੀਡੀਓਜ਼ ਬਣਾਈਆਂ ਹਨ ਉਹ ਸ਼ਾਮਿਲ ਹਨ। ਪਲੇਲਿਸਟ ਵਾਲੇ ਸੈਕਸ਼ਨ ਤੇ ਜਾ ਕੇ ਤੁਸੀਂ ਸਾਰੀਆਂ ਪਲੇਲਿਸਟ ਪ੍ਰਾਪਤ ਕਰ ਪਾਓਗੇ, ਜਿਵੇਂ ਕਿ ਕਲਾਸ 12 ਦੀ ਪਲੇਲਿਸਟ ਚੌਥੇ ਨੰਬਰ ਤੇ ਹੈ। ਇਸ ਤੇ ਤੁਸੀਂ ਜਾ ਕੇ ਜਦੋਂ ਵਿਊ ਫੁੱਲ ਪਲੇਲਿਸਟ ਕਰੋਗੇ ਤਾਂ ਤੁਹਾਨੂੰ ਕਲਾਸ 12 ਦੀਆਂ ਸਾਰੀਆਂ ਵੀਡੀਓਜ਼ ਮਿਲ ਜਾਣਗੀਆਂ। ਇਸੇ ਤਰ੍ਹਾਂ ਤੁਸੀਂ ਬਾਕੀ ਕਲਾਸ 11 ਉਹਨਾਂ ਦੀ ਪਲੇਲਿਸਟ ਤੇ ਜਾ ਕੇ ਸਾਰੀਆਂ ਵੀਡੀਓਜ਼ ਪ੍ਰਾਪਤ ਕਰ ਸਕਦੇ ਹੋ। ਅਤੇ ਇਸੇ ਤਰ੍ਹਾਂ ਮੈਂ ਕਲਾਸ 11 ਤੇ ਕਲਾਸ 12 ਦੀਆਂ ਗ੍ਰਾਮਰ ਦੀਆਂ ਵੀਡੀਓ ਲਿਸਟ ਬਣਾਈ ਹੋਈ ਹੈ, ਤਾਂ ਉਹ ਸਾਰੀਆਂ ਵੀਡੀਓਜ਼ ਤੁਹਾਨੂੰ ਪ੍ਰਾਪਤ ਹੋ ਜਾਣਗੀਆਂ। ਅਤੇ ਇੱਕ ਪਲੇਲਿਸਟ ਇੰਗਲਿਸ਼ ਇਲੈਕਟਿਵ ਕਲਾਸ 11 ਦੀ ਵੀ ਹੈ ਅਤੇ ਉਸ ਦੇ ਵਿੱਚ ਤੁਹਾਨੂੰ ਸਾਰੀਆਂ ਕਲਾਸ 11 ਦੀਆਂ ਪਲੇਲਿਸਟ ਪ੍ਰਾਪਤ ਹੋ ਜਾਣਗੀਆਂ। ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਇੱਕ ਵਾਰ ਤੁਸੀਂ ਦੀਪਕ ਸੂਦ ਲਵ ਲਰਨਿੰਗ ਟੂ ਲੀਡ ਚੈਨਲ ਤੇ ਜ਼ਰੂਰ ਵਿਜ਼ਿਟ ਕਰੋ। ਚੈਪਟਰ ਦੇ ਵਿੱਚ ਸਾਡਾ 3rd ਕੁਐਸਚਨ ਬਣਦਾ ਹੈ ਜੀ ਕਿ ਹਾਊ ਡਿਡ ਦਾ ਟਰੀ ਕਨਵੇ ਇਟਸ ਵਾਰਨਿੰਗਸ, ਕਿ ਇਸ ਦਰਖਤ ਨੇ ਆਪਣੀਆਂ ਵਾਰਨਿੰਗਸ ਕਿਵੇਂ ਕਨਵੇ ਕੀਤੀਆਂ, ਇਹ ਵਾਰਨਿੰਗ ਸਾਡੇ ਤੱਕ ਕਿਵੇਂ ਦਰਖਤ ਨੇ ਪਹੁੰਚਾਈਆਂ। ਤਾਂ ਬੱਚਿਓ ਇਸ ਕੁਐਸਚਨ ਦਾ ਆਨਸਰ ਅਸੀਂ ਇੱਥੋਂ ਲਿਖ ਸਕਦੇ ਹਾਂ ਕਿ ਇਟ ਬ੍ਰਸ਼ਡ ਅਗੇਂਸਟ ਦਾ ਵਹੀਕਲਸ, ਕਿ ਇਹ ਦਰਖਤ ਵਹੀਕਲਸ ਨੂੰ ਖਹਿੰਦਾ ਸੀ। ਬ੍ਰਸ਼ ਅਗੇਂਸਟ ਦਾ ਮਤਲਬ ਹੁੰਦਾ ਬੱਚਿਓ ਜਦੋਂ ਕਿਸੇ ਨੂੰ ਟੱਚ ਕਰਕੇ ਕੋਈ ਚੀਜ਼ ਗੁਜ਼ਰਦੀ ਹੈ ਤਾਂ ਉਸ ਨੂੰ ਅਸੀਂ ਕਹਿੰਦੇ ਹਾਂ ਇਟ ਬ੍ਰਸ਼ ਅਗੇਂਸਟ ਦਾ ਵਹੀਕਲ। ਤਾਂ ਜਿਹੜੇ ਸੜਕ ਦੇ ਉੱਪਰ ਵਹੀਕਲ ਜਾਂਦੇ ਸੀ, ਆਵਾਜਾਈ ਦੇ ਸਾਧਨ, ਕਾਰ, ਮੋਟਰਸਾਈਕਲ ਜੋ ਵੀ ਜਾਂਦੇ ਸੀ, ਤਾਂ ਉਹਨਾਂ ਨਾਲ ਇਹਨਾਂ ਦੀਆਂ ਟਹਿਣੀਆਂ ਖਹਿੰਦੀਆਂ ਸੀ। ਇਟ ਆਲਸੋ ਕਾਜ਼ਡ ਮਾਈਨਰ ਡੈਮੇਜਸ ਟੂ ਦੈਮ, ਤਾਂ ਜਦੋਂ ਇਸ ਦੇ ਤਣੇ ਨਾਲ ਜਾਂ ਇਸ ਦੀਆਂ ਟਹਿਣੀਆਂ ਦੇ ਨਾਲ ਵਹੀਕਲਸ ਟੱਚ ਕਰਦੇ ਸੀ ਤਾਂ ਉਹਨਾਂ ਨੂੰ ਮਾਈਨਰ ਡੈਮੇਜਸ ਹੁੰਦੇ ਸੀ। ਮਾਈਨਰ ਡੈਮੇਜਸ ਦਾ ਮਤਲਬ ਥੋੜ੍ਹੇ ਨੁਕਸਾਨ, ਡੈਮੇਜ ਦਾ ਮਤਲਬ ਨੁਕਸਾਨ, ਮਾਈਨਰ ਮਤਲਬ ਥੋੜ੍ਹੀ ਮਾਤਰਾ 'ਚ ਨੁਕਸਾਨ ਹੁੰਦੇ ਸੀ। ਮਾੜਾ ਮੋਟਾ ਚਿੱਬ ਪੈ ਜਾਣਾ ਜਾਂ ਕੋਈ ਸਕ੍ਰੈਚ ਪੈ ਜਾਣਾ, ਤਾਂ ਇੱਦਾਂ ਦੇ ਡੈਮੇਜਸ ਵਹੀਕਲਸ ਨੂੰ ਹੁੰਦੇ ਸੀ। 4th ਕੁਐਸਚਨ ਹੈ ਜੀ ਸਾਡਾ ਕਿ ਵਟ ਲੈਡ ਟੂ ਦਾ ਕ੍ਰੈਸ਼ਿੰਗ ਡਾਊਨ ਆਫ ਦਾ ਟਰੀ, ਇਹ ਟਰੀ ਕਿਸ ਤਰ੍ਹਾਂ ਕ੍ਰੈਸ਼ ਡਾਊਨ ਹੋ ਗਿਆ ਜਾਂ ਨੀਚੇ ਗਿਰ ਗਿਆ ਸੜਕ ਦੇ ਉੱਪਰ। ਤਾਂ ਸਟੂਡੈਂਟਸ ਅਸੀਂ ਆਨਸਰ ਦੇ ਵਿੱਚ ਇਹ ਲਾਈਨ ਲਿਖ ਸਕਦੇ ਹਾਂ ਕਿ ਆਫਟਰ ਅ ਲੌਂਗ ਟਾਈਮ ਇਟ ਹੈਡ ਲੋਸਟ ਇਟਸ ਬੈਲੈਂਸ, ਕਿ ਕਾਫੀ ਲੰਬੇ ਸਮੇਂ ਤੋਂ ਬਾਅਦ ਇਸ ਨੇ ਆਪਣਾ ਬੈਲੈਂਸ ਗਵਾ ਦਿੱਤਾ, ਕਿਉਂਕਿ ਕਾਫੀ ਦੇਰ ਤੱਕ ਇਹ ਝੁਕਦਾ ਰਿਹਾ, ਇਸ ਦੇ ਵਿੱਚ ਉਨੀ ਜਾਨ ਨਹੀਂ ਰਹੀ ਕਿ ਸਿੱਧਾ ਖੜ ਸਕੇ। ਇਸ ਨੇ ਆਪਣਾ ਬੈਲੈਂਸ, ਸੰਤੁਲਨ ਗਵਾ ਦਿੱਤਾ। ਇਟਸ ਸਟੈਮ ਬਿਕੇਮ ਹੋਲੋ ਐਂਡ ਡਿਸੀਜ਼ਡ, ਤਾਂ ਇਸ ਦਾ ਜਿਹੜਾ ਤਣਾ ਸੀ, ਸਟੈਮ ਨੂੰ ਅਸੀਂ ਬੱਚਿਓ ਤਣਾ ਕਹਿੰਦੇ ਹਾਂ, ਤਾਂ ਇਸ ਟਰੀ ਦਾ ਜਿਹੜਾ ਸਟੈਮ ਸੀ ਉਹ ਹੋਲੋ ਦਾ ਮਤਲਬ ਉਹ ਖੋਖਲਾ ਹੋ ਗਿਆ ਅਤੇ ਇਸ ਨੂੰ ਬਿਮਾਰੀ ਲੱਗ ਗਈ। ਤਾਂ ਤੁਹਾਨੂੰ ਯਾਦ ਹੋਣਾ ਬੱਚਿਓ ਜੋ ਡਿਸੀਜ਼ ਦਾ ਐਕਸਪ੍ਰੈਸ਼ਨ ਪੋਇਮ ਦੇ ਵਿੱਚ ਆਇਆ ਸੀ ਉਹ ਸੀ ਟਿਊਬਰਕਿਊਲਰ।
ਇਟ ਵਾਜ਼ no longer able to support itself, ਇਸ ਕਰਕੇ ਇਹ ਆਪਣੇ ਆਪ ਦੀ ਸਪੋਰਟ ਕਾਇਮ ਨਾ ਕਰ ਸਕਿਆ। ਇਟ ਦਾ ਮਤਲਬ ਇੱਥੇ ਸਟੈਮ ਤੋਂ ਹੈ ਕਿ ਜਿਹੜਾ ਤਣਾ ਸੀ ਇਸ ਦੀ ਸਪੋਰਟ ਨਾ ਕਰ ਸਕਿਆ। ਦੈਨ ਵਨ ਡੇ ਇਟ ਫੈਲ ਡਾਊਨ ਵਿਦ ਅ ਕ੍ਰੈਸ਼ ਲਾਈਕ ਅ ਸਕਾਈ ਸਕ੍ਰੇਪਰ ਇਨ ਐਨ ਅਰਥਕੁਏਕ। ਤਾਂ ਫਿਰ ਇੱਕ ਦਿਨ ਕੀ ਹੋਇਆ ਜੀ, ਜਦੋਂ ਇਸ ਦੀ ਸਪੋਰਟ ਬਿਲਕੁਲ ਖਤਮ ਹੋ ਗਈ, ਤਣਾ ਖੋਖਲਾ ਹੋ ਗਿਆ, ਇਸ ਦੇ ਵਿੱਚ ਬਿਲਕੁਲ ਜਾਨ ਨਹੀਂ ਰਹੀ। ਇਟ ਫੈਲ ਡਾਊਨ, ਇਹ ਗਿਰ ਗਿਆ ਵਿਦ ਅ ਕ੍ਰੈਸ਼, ਇਸ ਤਰ੍ਹਾਂ ਗਿਰਿਆ, ਇਹ ਕ੍ਰੈਸ਼ ਐਵੇਂ ਹੋਇਆ ਜਿਵੇਂ ਕਿ ਕੋਈ ਸਕਾਈ ਸਕ੍ਰੇਪਰ ਹੁੰਦਾ ਹੈ, ਉਹ ਅਰਥਕੁਏਕ ਦੇ ਵਿੱਚ ਕ੍ਰੈਸ਼ ਕਰ ਜਾਂਦਾ ਹੈ, ਨਸ਼ਟ ਹੋ ਜਾਂਦਾ ਹੈ। ਸਕਾਈ ਸਕ੍ਰੇਪਰ ਬੱਚਿਓ ਮਲਟੀ ਸਟੋਰੀ ਬਿਲਡਿੰਗ ਨੂੰ ਕਿਹਾ ਜਾਂਦਾ ਹੈ। ਕਾਫੀ ਮੰਜ਼ਿਲਾਂ ਵਾਲੀ ਇਮਾਰਤ ਨੂੰ ਅਸੀਂ ਸਕਾਈ ਸਕ੍ਰੇਪਰ ਕਹਿੰਦੇ ਹਾਂ। ਅਰਥਕੁਏਕ ਦਾ ਮਤਲਬ ਤੁਹਾਨੂੰ ਪਤਾ ਬੱਚਿਓ ਭੂਚਾਲ ਹੁੰਦਾ ਹੈ। ਤਾਂ ਪੋਇਮ ਦੇ ਲਾਸਟ ਸਟੈਂਜ਼ੇ ਦੇ ਵਿੱਚ ਬੱਚਿਓ ਇਹ ਸਿਮਲੀ ਯੂਜ਼ ਹੋਈ ਹੈ ਕਿ ਟਰੀ ਇੱਕ ਸਕਾਈ ਸਕ੍ਰੇਪਰ ਦੀ ਤਰ੍ਹਾਂ ਨੀਚੇ ਗਿਰ ਗਿਆ। ਸਾਡਾ 5th ਕੁਐਸਚਨ ਹੈ ਜੀ ਕਿ ਹੂ ਹੈਵ ਬੀਨ ਗੋਨ ਫॉर ਆਵਰਸ ਵੈਨ ਆਰ ਦੇ ਐਕਸਪੈਕਟਡ ਟੂ ਕਮ ਬੈਕ। ਉਹ ਕੌਣ ਨੇ ਜੋ ਬਹੁਤ ਸਮੇਂ ਦੇ ਲਈ ਚਲੇ ਗਏ ਨੇ, 4 ਆਵਰਸ ਮਤਲਬ ਬਹੁਤ ਜ਼ਿਆਦਾ ਸਮੇਂ ਤੋਂ ਗਏ ਹੋਏ ਨੇ, ਉਹ ਕੌਣ ਨੇ ਅਤੇ ਇਹ ਕਦੋਂ ਆਸ ਕੀਤੀ ਜਾ ਸਕਦੀ ਹੈ ਕਿ ਉਹ ਵਾਪਸ ਮੁੜ ਕੇ ਆਉਣਗੇ। ਤਾਂ ਇੱਥੇ ਕਿਸੇ ਪਰਸਨਸ ਦੀ ਗੱਲ ਹੋ ਰਹੀ ਹੈ ਬੱਚਿਓ ਇਸ ਕੁਐਸਚਨ ਦੇ ਵਿੱਚ ਕਿ ਉਹ ਕਿਹੜੇ ਪਰਸਨਸ ਨੇ ਜੋ ਬਹੁਤ ਦੇਰ ਤੋਂ ਗਏ ਹੋਏ ਨੇ ਅਤੇ ਉਹਨਾਂ ਦੇ ਮੁੜਨ ਦੀ ਕਦੋਂ ਕਾਸ ਹੈ, ਤਾਂ ਉਸ ਦੇ ਬਾਰੇ ਕੁਐਸਚਨ ਹੈ। ਤਾਂ ਇਸ ਕੁਐਸਚਨ ਦਾ ਆਨਸਰ ਬੱਚਿਓ ਸਾਨੂੰ ਬਿਲਕੁਲ ਲਾਸਟ ਸਟੈਂਜ਼ੇ ਦੇ ਵਿੱਚ ਮਿਲਦਾ ਹੈ ਕਿ ਜਿਹੜੇ ਸਾਡੇ ਗਵਰਨਮੈਂਟ ਅਫੀਸ਼ੀਅਲਸ ਨੇ ਉਹ ਕਾਫੀ ਦੇਰ ਤੋਂ ਗਏ ਹੋਏ ਨੇ। ਤਾਂ ਅਸੀਂ ਆਨਸਰ ਲਿਖਾਂਗੇ ਦਾ ਅਫੀਸ਼ੀਅਲਸ ਹੈਵ ਗੋਨ ਫॉर ਆਵਰਸ, ਕਿ ਜਿਹੜੇ ਸਾਡੇ ਗਵਰਨਮੈਂਟ ਅਫੀਸ਼ੀਅਲਸ ਨੇ, ਸਰਕਾਰੀ ਅਫਸਰ ਨੇ, ਇਹ ਬਹੁਤ ਸਮੇਂ ਤੋਂ ਗਏ ਹੋਏ ਨੇ। ਤਾਂ 4 ਆਵਰਸ ਐਕਸਪ੍ਰੈਸ਼ਨ ਬੱਚਿਓ ਪੋਇਮ ਦੇ ਵਿੱਚ ਆਇਆ। 4 ਆਵਰਸ ਦਾ ਮਤਲਬ ਹੈ ਕਿ ਕਾਫੀ ਸਮੇਂ ਤੋਂ, ਫॉर ਦਾ ਇਨਡੈਫੀਨਿਟ ਪੀਰੀਅਡ ਆਫ ਟਾਈਮ ਉਹ ਗਏ ਹੋਏ ਨੇ। ਦੇ ਹੈਵ ਗੋਨ ਟੂ ਗੈਟ देयर ਕ੍ਰੇਨਸ ਟੂ ਕਲੀਅਰ ਦਾ ਰੋਡ, ਤਾਂ ਉਹ ਇਸ ਲਈ ਗਏ ਨੇ ਤਾਂ ਕਿ ਉਹ ਕ੍ਰੇਨ ਵਰਗੀਆਂ ਜਿਹੜੀਆਂ ਮਸ਼ੀਨਾਂ ਨੇ ਉਹਨਾਂ ਨੂੰ ਉਹ ਲੈ ਕੇ ਆ ਸਕਣ ਤਾਂ ਕਿ ਰੋਡ ਨੂੰ ਕਲੀਅਰ ਕੀਤਾ ਜਾ ਸਕੇ। ਬਟ ਦੇ ਆਰ ਨੋਟ ਐਕਸਪੈਕਟਡ ਟੂ ਕਮ ਬੈਕ ਸੂਨ, ਪਰੰਤੂ ਉਹਨਾਂ ਦੇ ਜਲਦੀ ਆਉਣ ਦੀ ਆਸ ਨਹੀਂ ਹੈ। ਐਕਸਪੈਕਟਡ ਦਾ ਮਤਲਬ ਹੁੰਦਾ ਬੱਚਿਓ ਆਸ ਹੋਣੀ। ਬਿਕੋਜ਼ ਦੇ ਆਰ ਇਨ ਨੋ ਹਰੀ, ਕਿਉਂਕਿ ਉਹ ਜਲਦੀ 'ਚ ਤਾਂ ਹੈ ਹੀ ਨਹੀਂ। ਨੋ ਹਰੀ ਦਾ ਮਤਲਬ ਹੁੰਦਾ ਬੱਚਿਓ ਜਦੋਂ ਕਿਸੇ ਨੂੰ ਕੋਈ ਜਲਦੀ ਨਾ ਹੋਵੇ ਕੋਈ ਕੰਮ ਕਰਨ ਦੀ, ਉਹਨਾਂ ਨੂੰ ਤਾਂ ਕੋਈ ਜਲਦੀ ਹੈ ਹੀ ਨਹੀਂ। ਟ੍ਰੈਫਿਕ ਰੁਕੀ ਹੋਈ ਹੈ ਤਾਂ ਰੁਕੀ ਰਹੇ, ਆਪਾਂ ਤਾਂ ਆਰਾਮ ਨਾਲ ਲਾਵਾਂਗੇ। ਤਾਂ ਇਹ ਸਾਰੀਆਂ ਲਾਈਨਸ ਅਸੀਂ ਇਸ ਕੁਐਸਚਨ ਦੇ ਆਨਸਰ ਦੇ ਵਿੱਚ ਲਿਖ ਸਕਦੇ ਹਾਂ। The traffic is waiting patiently for the road to be cleared, ਤਾਂ ਹੁਣ ਉੱਥੇ ਟ੍ਰੈਫਿਕ ਤਾਂ ਜਾਮ ਹੋਈ ਵੀ ਹੈ। ਹੁਣ ਉਹ ਟ੍ਰੈਫਿਕ ਦੇ ਵਿੱਚ ਜਿਹੜੇ ਸਾਡੀ ਜਨਤਾ ਹੈ ਉਹ ਵੇਟ ਕਰ ਰਹੀ ਹੈ, ਇੰਤਜ਼ਾਰ ਕਰ ਰਹੀ ਹੈ ਪੇਸ਼ੈਂਟਲੀ। ਪੇਸ਼ੈਂਟਲੀ ਦਾ ਮਤਲਬ ਬੜੀ ਸਬਰ ਦੇ ਨਾਲ ਉਹ ਵੇਟ ਕਰ ਰਹੇ ਹੈ ਰੋਡ ਕਲੀਅਰ ਹੋਵੇ ਤਾਂ ਕਿ ਉਹ ਅੱਗੇ ਜਾ ਸਕਣ। ਤਾਂ ਉਹ ਪੇਸ਼ੈਂਟਲੀ ਵੇਟ ਕਰ ਰਹੇ ਨੇ, ਪਰ ਹਜੇ ਤੱਕ ਆਫੀਸ਼ੀਅਲਸ ਮੁੜੇ ਨਹੀਂ ਹਨ। ਸਟੂਡੈਂਟ ਸਾਨੂੰ ਪਤਾ ਹੈ ਕਿ ਸਾਡੇ ਪੋਇਮ ਦੇ ਲਾਸਟ ਸਟੈਂਜ਼ੇ ਦੇ ਵਿੱਚ ਇਸ ਟਰੀ ਨੂੰ ਪੋਇਟ ਨੇ ਮੌਨਸਟਰ ਦੇ ਨਾਲ ਕੰਪੈਰੀਜ਼ਨ ਕੀਤਾ। ਮੈਂ ਤੁਹਾਨੂੰ ਐਕਸਪਲੇਨੇਸ਼ਨ ਦੇ ਵਿੱਚ ਸਮਝਾਇਆ ਸੀ ਕਿ ਸੈਕਿੰਡ ਲਾਸਟ ਲਾਈਨ ਦੇ ਵਿੱਚ ਮੈਟਾਫੋਰ ਯੂਜ਼ ਹੋਇਆ। ਇਸ ਟਰੀ ਨੂੰ ਪੋਇਟ ਨੇ ਇੱਕ ਅਜਿਹੇ ਮੌਨਸਟਰ, ਜਾਇੰਟ, ਰਾਖਸ਼ਸ ਦੇ ਨਾਲ ਕੰਪੈਰੀਜ਼ਨ ਕੀਤਾ ਹੈ ਜਿਸ ਨੂੰ ਕਿ ਹਟਾਉਣ ਦੇ ਲਈ ਬਹੁਤ ਸਮਾਂ ਲੱਗ ਰਿਹਾ ਹੈ ਅਤੇ ਜਿਹੜੀਆਂ ਮਸ਼ੀਨਾਂ ਇਸ ਰਾਖਸ਼ਸ ਨੂੰ ਉਠਾਉਣ ਲਈ ਆ ਰਹੀਆਂ ਨੇ ਉਹਨਾਂ ਦਾ ਪਤਾ ਹੀ ਕੁਝ ਨਹੀਂ ਹੈ ਕਿ ਉਹ ਕਦ ਆਉਣਗੀਆਂ। ਤਾਂ ਬੱਚਿਓ ਸਾਡਾ ਲਾਸਟ ਕੁਐਸਚਨ ਹੈ ਕਿ ਵਾਟ ਇਜ਼ ਦਾ ਸਟ੍ਰਿੰਗ ਇਨ ਦਾ ਲਾਸਟ ਲਾਈਨ ਆਫ ਦਾ ਪੋਇਮ। ਇਸ ਪੋਇਮ ਦੀ ਲਾਸਟ ਲਾਈਨ ਦੇ ਵਿੱਚ ਸਟਿੰਗ ਕੀ ਹੈ? ਸਟਿੰਗ ਦਾ ਮਤਲਬ ਹੁੰਦਾ ਬੱਚਿਓ ਆਪਾਂ ਪੇਨ ਨੂੰ ਕਹਿ ਸਕਦੇ ਹਾਂ, ਜਾਂ ਮੰਨ ਲਓ ਕਿਸੇ ਨੂੰ ਆਪਾਂ ਪ੍ਰਿਕ ਕਰ ਦਈਏ ਉਸ ਨੂੰ ਕਿਹਾ ਜਾਂਦਾ ਹੈ, ਜਾਂ ਫਿਰ ਅਸੀਂ ਕਿਸੇ ਨੂੰ ਟਿੰਗਲਿੰਗ ਕਰ ਦਈਏ ਉਸ ਨੂੰ ਕਿਹਾ ਜਾਂਦਾ ਹੈ। ਆਪਾਂ ਕਿਸੇ ਦੀ ਚੁੰਡੀ ਵੱਢ ਦਈਏ ਜਾਂ ਉਹਦੇ ਕੁਤਕਤਾੜੀਆਂ ਕਰ ਦਈਏ, ਤਾਂ ਇਹ ਸਾਰੀਆਂ ਚੀਜ਼ਾਂ ਨੂੰ ਆਪਾਂ ਕਹਿ ਸਕਦੇ ਹਾਂ ਸਟਿੰਗ। ਪਰ ਇੱਥੇ ਸਟਿੰਗ ਦਾ ਮਤਲਬ ਹੈ ਬੱਚਿਓ ਕਿ ਇਸ ਲਾਈਨ ਦੇ ਵਿੱਚ ਕਿਹੜਾ ਦਰਦ ਛੁਪਿਆ ਹੋਇਆ ਹੈ, ਪੋਇਟ ਨੇ ਕਿਹੜੇ ਦਰਦ ਦਾ ਬਿਆਨ ਕੀਤਾ ਹੈ ਪੋਇਮ ਦੀ ਲਾਸਟ ਲਾਈਨ 'ਚ। ਤਾਂ ਬੱਚਿਓ ਸਾਡੀ ਪੋਇਮ ਦੀ ਲਾਸਟ ਲਾਈਨ ਹੈ ਦਾ ਟ੍ਰੈਫਿਕ ਕੈਨ ਵੇਟ ਪੇਸ਼ੈਂਟਲੀ। ਇਹ ਵਾਲੀ ਸਾਡੀ ਲਾਸਟ ਲਾਈਨ ਹੈ ਕਿ ਜਿਹੜੀ ਟ੍ਰੈਫਿਕ ਹੈ, ਇੱਥੇ ਟ੍ਰੈਫਿਕ ਮੈਂ ਤੁਹਾਨੂੰ ਦੱਸਿਆ ਸੀ ਕਿ ਇੰਡੀਅਨਸ ਨੂੰ ਕਿਹਾ ਗਿਆ ਹੈ। ਇੰਡੀਅਨਸ ਪੇਸ਼ੈਂਟਲੀ ਸਬਰ ਦੇ ਨਾਲ ਵੇਟ ਕਰ ਰਹੇ ਨੇ ਕਿ ਰੋਡ ਕਲੀਅਰ ਹੋਊਗੀ। ਤਾਂ ਇਸ ਲਾਈਨ ਦੇ ਵਿੱਚ ਕਿਸ ਦਰਦ ਨੂੰ ਕਵੀ ਨੇ ਬਿਆਨ ਕੀਤਾ ਹੈ? ਤਾਂ ਅਸੀਂ ਆਨਸਰ ਲਿਖ ਸਕਦੇ ਹਾਂ ਬੱਚਿਓ ਕਿ ਦਾ ਆਫੀਸ਼ੀਅਲਸ ਆਰ ਨੋਟ ਰੈਡੀ ਟੂ ਸੋਲਵ ਦਾ ਪ੍ਰੋਬਲਮਸ, ਕਿ ਜਿਹੜੇ ਸਾਡੇ ਸਰਕਾਰੀ ਅਧਿਕਾਰੀ ਨੇ ਉਹ ਰੈਡੀ ਨਹੀਂ ਹਨ ਕਿ ਪ੍ਰੋਬਲਮ ਨੂੰ ਸੋਲਵ ਕਰੀਏ। ਦੇ ਕੀਪ ਪੋਸਟਪੋਨਿੰਗ ਦੀਜ਼ ਇਸ਼ੂਜ਼, ਤਾਂ ਉਹ ਪੋਸਟਪੋਨ ਕਰੀ ਜਾਂਦੇ ਨੇ, ਅੱਗੇ ਤੋਂ ਅੱਗੇ ਪਾਈ ਜਾਂਦੇ ਨੇ ਇਹਨਾਂ ਇਸ਼ੂਜ਼ ਨੂੰ। ਇਹ ਸਾਡੇ ਜਿਹੜੇ ਸੋਸ਼ਲ ਇਸ਼ੂਜ਼ ਨੇ, ਸੋਸ਼ਲ ਪ੍ਰੋਬਲਮਸ ਨੇ, ਇਹਨਾਂ ਨੂੰ ਸੋਲਵ ਨਹੀਂ ਕਰਦੇ, ਅੱਗੇ ਤੋਂ ਅੱਗੇ ਉਹ ਪਾਈ ਜਾਂਦੇ ਨੇ। ਇਟ ਇਜ਼ ਦਾ ਪੀਪਲ ਆਫ ਇੰਡੀਆ ਹੂ ਸਫਰ ਦਾ ਮੋਸਟ, ਤਾਂ ਇਸ ਦਾ ਸਭ ਤੋਂ ਜ਼ਿਆਦਾ ਨੁਕਸਾਨ ਕਿਸ ਨੂੰ ਭੁਗਤਣਾ ਪੈਂਦਾ ਹੈ? ਸਾਡੇ ਭਾਰਤ ਦੇ ਲੋਕਾਂ ਨੂੰ। ਹੂ ਸਫਰ, ਜਿਨ੍ਹਾਂ ਨੂੰ ਇਹ ਦਰਦ ਝੱਲਣਾ ਪੈਂਦਾ ਹੈ, ਦਾ ਮੋਸਟ ਸਭ ਤੋਂ ਜ਼ਿਆਦਾ। ਬਟ ਦੇ ਆਰ ਜਸਟ ਵੇਟਿੰਗ ਐਂਡ ਡੂਇੰਗ ਨਥਿੰਗ ਟੂ ਸੋਲਵ ਦੇਅਰ ਪ੍ਰੋਬਲਮਸ, ਪਰ ਕਿਸੇ ਪਾਸੇ ਸਾਡੇ ਭਾਰਤ ਦੇ ਲੋਕ ਵੀ ਜ਼ਿੰਮੇਵਾਰ ਨੇ ਕਿਉਂਕਿ ਉਹ ਸਿਰਫ ਵੇਟ ਕਰ ਰਹੇ ਨੇ, ਉਹ ਟ੍ਰੈਫਿਕ ਨਿਕਲਣ ਦੀ ਵੇਟ ਕਰ ਰਹੇ ਨੇ, ਉਹ ਟ੍ਰੈਫਿਕ ਕਲੀਅਰ ਹੋਣ ਦੀ ਵੇਟ ਕਰ ਰਹੇ ਨੇ, ਉੱਥੇ ਖੜੇ ਨੇ, ਪੇਸ਼ੈਂਟਲੀ ਖੜੇ ਨੇ, ਐਂਡ ਡੂਇੰਗ ਨਥਿੰਗ, ਅਤੇ ਕੁਝ ਨਹੀਂ ਕਰ ਰਹੇ ਤਾਂ ਕਿ
ਟੂ ਸੋਲਵ देयर ਪ੍ਰੋਬਲਮਸ ਕਿ ਉਹਨਾਂ ਦੀ ਕੋਈ ਪ੍ਰੋਬਲਮ ਸੋਲਵ ਹੋ ਸਕੇ। ਮਤਲਬ ਕਿ ਦੋਨੇ ਤਰ੍ਹਾਂ ਦੇ ਤਬਕਿਆਂ ਵੱਲੋਂ ਹੀ ਇਸ ਪ੍ਰੋਬਲਮ ਨੂੰ ਪੋਸਟਪੋਨ ਕੀਤਾ ਜਾ ਰਿਹਾ ਹੈ। ਗਵਰਨਮੈਂਟ ਆਫੀਸ਼ੀਅਲਸ ਦੀ ਤਾਂ ਬੱਚਿਓ ਡਿਊਟੀ ਇਹ ਬਣਦੀ ਸੀ ਕਿ ਉਹ ਨਾਲ ਦੀ ਨਾਲ ਰੋਡ ਕਲੀਅਰ ਕਰਦੇ, ਟ੍ਰੈਫਿਕ ਨੂੰ ਚਲਾਉਂਦੇ, ਲੇਕਿਨ ਲੋਕੀ ਵੀ ਉੱਥੇ ਖੜੇ ਨੇ, ਐਂ ਲੱਗਦਾ ਜਿਵੇਂ ਵਿਹਲੇ ਹੀ ਨੇ ਅਤੇ ਉੱਥੇ ਖੜ ਕੇ ਉਹ ਵੇਟ ਕਰ ਰਹੇ ਨੇ ਕਿ ਹੁਣ ਮਸ਼ੀਨਾਂ ਆਉਣਗੀਆਂ। ਹੋਣਾ ਤਾਂ ਇਹ ਚਾਹੀਦਾ ਸੀ ਕਿ ਉਹ ਸਾਰੇ ਇਕੱਠੇ ਹੋ ਕੇ ਇਸ ਟ੍ਰੀ ਨੂੰ ਚੱਕਦੇ, ਇੱਕ ਪਾਸੇ ਕਰ ਦਿੰਦੇ। ਇਹਦਾ ਮਤਲਬ ਕੋਈ ਵੀ ਬੱਚਿਓ ਸੋਸ਼ਲ ਪ੍ਰੋਬਲਮ ਜੋ ਵੀ ਸਾਡੀ ਭਾਰਤ ਦੀ ਹੈ ਉਸ ਨੂੰ ਸੋਲਵ ਕਰਨ ਲਈ ਤਿਆਰ ਨਹੀਂ ਹੈ। ਉਹ ਇੱਕ ਦੂਜੇ ਦੇ ਉੱਪਰ ਸਿੱਟ ਰਹੇ ਨੇ ਕਿ ਉਹ ਬੰਦਾ ਇਸ ਨੂੰ ਸੋਲਵ ਕਰੂਗਾ, ਦੂਸਰਾ ਬੰਦਾ ਕਹਿੰਦਾ ਕਿ ਪਹਿਲਾ ਬੰਦਾ ਸੋਲਵ ਕਰੂਗਾ, ਤਾਂ ਪ੍ਰੋਬਲਮ ਜਿਉਂ ਦੀ ਤਿਉਂ ਖੜੀ ਹੈ। ਇਹੀ ਸਟਿੰਗ ਹੈ ਬੱਚਿਓ, ਇਹੀ ਦਰਦ ਹੈ ਜਿਸ ਦਰਦ ਨੂੰ ਕਵੀ ਨੇ ਇਸ ਕਵਿਤਾ ਦੀ ਆਖਰੀ ਲਾਈਨ ਦੇ ਵਿੱਚ ਬਿਆਨ ਕੀਤਾ ਹੈ। ਤਾਂ ਸਟੂਡੈਂਟਸ ਇਸੇ ਦੇ ਨਾਲ ਸਾਡਾ ਆਨਸਰ ਕੰਪਲੀਟ ਹੁੰਦਾ ਹੈ। ਉਮੀਦ ਹੈ ਬੱਚਿਓ ਕਿ ਤੁਹਾਨੂੰ ਇਹ ਸਾਰਾ ਆਨਸਰ ਸਮਝ ਆ ਗਿਆ ਹੋਵੇਗਾ। ਫਿਰ ਵੀ ਜੇਕਰ ਤੁਹਾਡਾ ਕੋਈ ਵੀ ਡਾਊਟ ਹੈ ਤਾਂ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ। ਵੀਡੀਓ ਦੇ ਐਂਡ ਤੇ ਮੈਂ ਤੁਹਾਨੂੰ ਮੇਰੇ ਦੁਆਰਾ ਬਣਾਏ ਹੋਏ ਹੋਰ ਬਹੁਤ ਸਾਰੇ +2 ਕਲਾਸ ਇੰਗਲਿਸ਼ ਇਲੈਕਟਿਵ ਦੀ ਪੋਇਮਸ ਦੇ ਵੀਡੀਓਜ਼ ਦੇ ਕੁਐਸਚਨ ਆਨਸਰਸ ਵਾਲੇ ਲਿੰਕ ਸ਼ੇਅਰ ਕਰ ਰਿਹਾ ਹਾਂ। ਨੈਕਸਟ ਵੀਡੀਓ ਦੇ ਵਿੱਚ ਆਪਾਂ ਕਿਸੇ ਹੋਰ ਚੈਪਟਰ ਨੂੰ ਲੈ ਕੇ ਮਿਲਦੇ ਹਾਂ ਜੀ। ਫਿਰ ਮਿਲਾਂਗੇ। ਧੰਨਵਾਦ।